हाँ जी प्यारे बच्चों नमस्कार। अज आप गल करांगे पंजवीं जमात पंजाबी पुस्तक पाठ नंबर 13 फुलकारी कला। इस पाठ नूं पढ़ांगे अते इस पाठ के प्रश्न उत्तर करावांगे। हुण आपां इस पाठ नूं पढ़ना शुरू करते हैं। माँ जी मैनूं भी एक फुलकारी दे दिओ। शहर विच कई कुड़ियां फुलकारी ਦੀਆਂ ਕਮੀਜ਼ਾਂ ਪਾਈ ਫਿਰਦੀਆਂ ਨੇ। ਸਾਡੀ ਅਧਿਆਪਕਾ ਦੇ ਘਰ ਤਾਂ ਪਰਦੇ ਵੀ ਫੁਲਕਾਰੀਆਂ ਦੇ ਲੱਗੇ ਹੋਏ ਹਨ। ਉਹ ਬਹੁਤ ਹੀ ਸੋਹਣੇ ਲੱਗਦੇ ਨੇ। ਹਰਮੀਤ ਨੇ ਆਪਣੀ ਮਾਂ ਨੂੰ ਕਿਹਾ। ਲੈ ਰਹਿਣ ਦੇ, ਹੁਣ ਕਿੱਥੇ ਮੁੜ ਕੇ ਪੁਰਾਣਾ ਰਿਵਾਜ ਆ ਗਿਆ। ਹੁਣ ਤਾਂ ਫੁਲਕਾਰੀਆਂ ਊਈ ਮਨੋਂ ਵਿਸਾਰ ਦਿੱਤੀਆਂ ਨੇ ਲੋਕਾਂ ਨੇ। ਮਾਂ ਜੀ ਬੋਲੇ। नहीं नहीं माँ जी, हुण तां फुलकारी की बहुत कदर हो गई है। बाहरले देशों में भी इन्हां दी बड़ी मंग हो गई है। लियाओ तुसी भी जे कोई बेचनी है। ना भाई मैं नहीं बेचनी। फुलकारी भी कदे बेची दी है। यह तां मैं तेरे ब्याह विच देवांगी। मेरे कोल सुखी सांदी बथेरियां फुलकारियां ने। नाले फुलकारी तां शगन की चीज़ हुंदी है। फिर शगनां दी चीज़ नहीं बेची दी हुंदी। उंज जे तेरा जी करदा तां लै लवीं। एक टूल दी फुलकारी कमीज बनाउण वास्ते माँ जी ने कहा। मैनू दिखा दिओ सारियां फुलकारियां। मैनू जिहड़ी सोहणी लगी मैं लै लवांगी। हरमीत ने माँ नूं कहा। माँ जी संदूक विचों फुलकारी कड्ढण अंदर सवात विच चले गए। हरमीत भी नाल ही तुर पई। माँ जी ने संदूक खोलिया। उस विच बहुत सारे बाग अते फुलकारियां पए सन। हरमीत ने हैरान जिहे हुंदियां पुछया, माँ जी ये सारियां तुसी ही कड्ढियां ने? हाँ धीए मैं ही कड्ढियां ने। कुछ तेरी नानी दे हत्थां दियां ने। ओह मैं अजे तक सांभ के रखियां ने। कहंदे कहंदे माँ जी संदूक विचों फुलकारियां कड्ढण लगे। फुलकारियां कड्ढ के ओह बैठक विच लै गए। फिर ओह इकल्ली इकल्ली फुलकारी बारे हरमीत नूं दस्सण लगे। हरमीत नूं यह सारा कुछ देख के बड़ा ही अचंभा लग्या। ओह बड़े ध्यान नाल अपनी माँ दीयां गल्लां सुण भी रही सी ते विच विच माँ तो कुछ सवाल भी पुछी जांदी सी। माँ जी ने दसना शुरू किया। देख सब तो पहलां तैनूं मैं बाग दिखाउंदी हाँ। इस दी कढ़ाई इन्नी संघनी है कि कपड़ा तां किधरे दिसदा ही नहीं। आम फुलकारियां विच इन्नी संघनी कढ़ाई नहीं हुंदी। ये तां बहुत ही सोहना है, सचमुच ही बाग वांग। इन्नी संघनी कढ़ाई तां मैं कदे वेखी ही नहीं। फिर हरमीत ने एक होर फुलकारी चुकी ते माँ जी तो पुछया, आ देख माँ जी इस फुलकारी नूं की कहंदे ने? आह जिहदे उपर तिकोणी शक्ल विच कढ़ाई कीती है ते बाकी सारी खाली छड्डी होई है। यह घूंघट बाग है। इसदे सिर ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਜਾਂਦੀ ਹੈ। ਆਹ ਚੋਪ ਹੈ। ਇਹ ਵਿਆਹ ਦੀ ਫੁਲਕਾਰੀ ਹੈ। ਪਹਿਲਾਂ ਚੂੜਾ ਚੜਾਉਣ ਵੇਲੇ ਇਹ ਕੁੜੀ ਉੱਤੇ ਦਿੱਤੀ ਜਾਂਦੀ ਸੀ। ਇਹ ਦੂਜੀਆਂ ਸਧਾਰਨ ਫੁਲਕਾਰੀਆਂ ਨਾਲੋਂ ਵੱਡੀ ਹੁੰਦੀ ਹੈ। ਇਸ ਦੀ ਕਢਾਈ ਖਾਸ ਗੁੰਝਲਦਾਰ ਤੋਪੇ ਨਾਲ ਕੀਤੀ ਹੁੰਦੀ ਹੈ। ਕਢਾਈ ਦਾ ਤੋਪਾ ਬਹੁਤ ਬਰੀਕ ਹੁੰਦਾ ਹੈ। ਇਹ ਕੁੜੀਆਂ ਦੇ ਦਾਜ ਦੀ ਖਾਸ ਚੀਜ਼ ਹੁੰਦੀ ਹੈ। ਇਸ ਵਾਂਗ ਸੁੱਭਰ ਵੀ ਸਗਨਾਂ ਦਾ ਕੱਪੜਾ ਹੁੰਦਾ ਹੈ। ਇਸ ਨੂੰ ਲਾਵਾਂ ਫੇਰਿਆਂ ਦੇ ਮੌਕੇ ਉੱਤੇ ਦਿੱਤਾ ਜਾਂਦਾ ਹੈ। ਵੇਖ ਇਹਦੇ ਵਿੱਚ ਕੰਨੀਆਂ ਦੇ ਨਾਲ ਨਾਲ ਕਢਾਈ ਕੀਤੀ ਹੋਈ ਹੈ। ਇਸ ਦੇ ਵਿਚਕਾਰ ਸਿਰਫ 5 ਫੁੱਲ ਹੀ ਕੱਢੇ ਹੋਏ ਹਨ, ਬਾਕੀ ਦਾ ਹਿੱਸਾ ਸਾਫ਼ ਹੈ। ਮਾਂ ਜੀ ਨੇ ਮੈਨੂੰ ਜਾਣਕਾਰੀ ਦਿੰਦਿਆਂ ਕਿਹਾ। ਮਾਂ ਜੀ ਉਹ ਵੀ ਚੋਪ ਸੀ ਜਿਹੜਾ ਉਦੋਂ ਭੈਣ ਜੀ ਦੇ ਵਿਆਹ ਤੇ ਡੋਲੀ ਤੋਰਨ ਵੇਲੇ ਉਹਨਾਂ ਉੱਪਰ ਤਾਣਿਆ ਹੋਇਆ ਸੀ। ਹਰਮੀਤ ਨੇ ਉਤਸੁਕਤਾ ਨਾਲ ਪੁੱਛਿਆ। ਨਾ ਨਾ ਉਹ ਤਾਂ ਤਿਲਪੱਤਰਾ ਸੀ। ਉਹਦੀ ਤਾਂ ਸਿੱਧੀ ਜਿਹੀ ਕਢਾਈ ਸੀ ਤੇ ਕਢਾਈ ਕੀਤੀ ਵੀ ਸਿਰਫ ਕੰਨੀਆਂ ਤੇ ਹੀ ਸੀ। ਵਿਚਾਲੇ ਤਾਂ ਬਿਰਲੀ ਬਿਰਲੀ ਕਢਾਈ ਹੀ ਕੀਤੀ ਹੋਈ ਸੀ। ਫਿਰ ਇੱਕ ਹੋਰ ਫੁਲਕਾਰੀ ਦਿਖਾਉਂਦੇ ਹੋਏ ਮਾਂ ਜੀ ਬੋਲੇ, ਆਹ ਦੇਖ ਇਹ ਨੀਲਕ ਹੈ। ਇਹਦੀ ਕਢਾਈ ਤਾਂ ਸਾਦੀ ਹੈ ਪਰ ਇਸ ਦਾ ਰੰਗ ਨੀਲਾ ਹੋਣ ਕਰਕੇ ਹੀ ਇਸ ਨੂੰ ਨੀਲਕ ਕਹਿੰਦੇ ਹਨ। ਮਾਂ ਜੀ ਤੁਹਾਡੇ ਕੋਲ ਤਾਂ ਬਹੁਤ ਕਿਸਮ ਦੀਆਂ ਫੁਲਕਾਰੀਆਂ ਨੇ। ਭਲਾ ਇਹਨਾਂ ਦੀ ਕੋਈ ਹੋਰ ਕਿਸਮ ਵੀ ਹੁੰਦੀ ਹੈ? ਇੱਕ ਹੋਰ ਫੁਲਕਾਰੀ ਵੀ ਹੁੰਦੀ ਹੈ ਜਿਹਦੇ ਉੱਪਰ ਛੋਟੇ ਛੋਟੇ ਸੀਸਿਆਂ ਦੇ ਟੁਕੜੇ ਜੜੇ ਹੁੰਦੇ ਹਨ। ਉਹਨੂੰ ਸ਼ਮਾਸ਼ ਕਹਿੰਦੇ ਹਨ। ਇਹ ਬਹੁਤ ਸੋਹਣੀ ਲੱਗਦੀ ਹੈ। ਤੇਰੀ ਮਾਸੀ ਕੋਲ ਹੈ ਇੱਕ ਸ਼ਮਾਸ਼। ਜਦੋਂ ਕਦੇ ਉੱਥੇ ਗਈ ਤਾਂ ਬੇਖਾਮੀ। ਮਾਂ ਜੀ ਇੰਨੀ ਕਢਾਈ ਹੱਥਾਂ ਨਾਲ ਕੀਤੀ ਹੈ ਜਾਂ ਮਸ਼ੀਨਾਂ ਨਾਲ? ਮਸ਼ੀਨਾਂ ਉਦੋਂ ਡੁੱਬਣੀਆਂ ਕਿੱਥੇ ਹੁੰਦੀਆਂ ਸਨ। ਇਹ ਮਸ਼ੀਨਾਂ ਦਾ ਤਾਂ ਹੁਣੇ ਚੱਲਿਆ ਰਿਵਾਜ। ਤਾਂ ਹੀ ਤਾਂ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਕਸੀਦਾ ਕੱਢਣਾ ਭੁੱਲ ਗਏ ਐ। ਕੱਢਿਆ ਕੁੜਾਇਆ ਜੋ ਮਿਲ ਜਾਂਦਾ ਹੈ ਸਭ ਕੁਝ। ਮਾਂ ਜੀ ਨੇ ਕਸੀਦੇ ਦੇ ਘਟ ਰਹੇ ਸ਼ੌਂਕ ਤੇ ਔਖਿਆਂ ਹੁੰਦੇ ਕਿਹਾ।
ਫਿਰ ਥੋੜ੍ਹਾ ਜਿਹਾ ਰੁਕ ਕੇ ਕਹਿਣ ਲੱਗੇ, ਫੁਲਕਾਰੀਆਂ ਦੀ ਕਢਾਈ ਤਾਂ ਸਾਡੇ ਵੇਲੇ ਹੁੰਦੀ ਸੀ। ਅਸੀਂ ਸ਼ਹਿਰੋਂ ਕਈ ਰੰਗਾਂ ਦੇ ਪੱਟ ਮੰਗਵਾ ਲੈਂਦੀਆਂ, ਫਿਰ ਘਰ ਦੇ ਬੁਣੇ ਖੱਦਰ ਨੂੰ ਸੂਹਾ ਰੰਗ ਕੇ ਕਢਾਈ ਕਰਦੀਆਂ। ਕਢਾਈ ਦਾ ਚਾਅ ਇੰਨਾ ਹੁੰਦਾ ਸੀ ਕਿ ਤੜਕੇ ਨੇਰੇ ਹੀ ਉੱਠ ਕੇ ਰੋਟੀ ਟੁੱਕ ਤੇ ਗੋਹੇ ਕੂੜੇ ਦਾ ਕੰਮ ਮੁਕਾ ਛੱਡਣਾ। ਫਿਰ ਕੁੜੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ ਕਢਾਈ ਕਰਨ। ਤੇਰੀ ਨਾਨੀ ਦਾ ਹੱਥ ਤਾਂ ਇੰਨਾ ਸਾਫ਼ ਸੀ ਕਿ ਉਸਦੇ ਕੱਢੇ ਬਾਗਾਂ ਤੇ ਫੁਲਕਾਰੀਆਂ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਨ। ਉਹ ਆਪ ਹੀ ਨਵੇਂ ਨਵੇਂ ਨਮੂਨੇ ਕੱਢ ਲੈਂਦੀ ਸੀ। ਅਜੇ ਮਾਂ ਜੀ ਨੇ ਗੱਲ ਮੁਕਾਈ ਨਹੀਂ ਸੀ ਕਿ ਹਰਮੀਤ ਵਿੱਚੋਂ ਹੀ ਬੋਲ ਪਈ, ਮਾਂ ਜੀ, ਪਰ ਇੱਕ ਗੱਲ ਤਾਂ ਦੱਸੋ ਕਿ ਖੱਦਰ ਉੱਤੇ ਇੰਨੀ ਸੋਹਣੀ ਕਢਾਈ ਕਿਵੇਂ ਕਰ ਲੈਂਦੇ ਹੋ ਤੁਸੀਂ? ਮੈਥੋਂ ਤਾਂ ਦਸੂਤੀ ਉੱਤੇ ਵੀ ਕਈ ਵਾਰ ਠੀਕ ਫੁੱਲ ਨਹੀਂ ਪੈਂਦੇ। ਬਸ ਤੱਕ ਨਾਲ ਹੀ ਹੌਲੀ ਹੌਲੀ ਹੱਥ 'ਚ ਸਫਾਈ ਆ ਜਾਂਦੀ ਹੈ। ਫਿਰ ਤਾਂ ਅਸੀਂ ਗੱਲਾਂ ਵੀ ਕਰੀ ਜਾਂਦੀਆਂ, ਮਜਾਲ ਏ ਕਿਤੇ ਤੋਪਾ ਵੀ ਇੱਧਰ ਉੱਧਰ ਹੋ ਜਾਵੇ। ਨਾ, ਤੈਨੂੰ ਇੱਕ ਹੋਰ ਗੱਲ ਦੱਸਾਂ, ਫੁਲਕਾਰੀ ਦੀ ਕਢਾਈ ਵੀ ਪੁੱਠੇ ਪਾਸੇ ਤੋਂ ਕੀਤੀ ਜਾਂਦੀ ਹੈ, ਮਾਂ ਜੀ ਨੇ ਦੱਸਿਆ। ਪੁੱਠੇ ਪਾਸੇ ਤੋਂ? ਉਹ ਕਿਵੇਂ ਮਾਂ ਜੀ? ਹਰਮੀਤ ਨੇ ਹੈਰਾਨ ਹੁੰਦੇ ਪੁੱਛਿਆ। ਇਹ ਕਦੇ ਫਿਰ ਦੱਸਾਂਗੀ, ਆਪੇ ਹੌਲੀ ਹੌਲੀ ਸਿੱਖ ਜਾਏਂਗੀ। ਜੇ ਇੰਨਾ ਹੀ ਸ਼ੌਂਕ ਹੈ ਤਾਂ ਮਾਂ ਜੀ, ਮੈਂ ਜ਼ਰੂਰ ਸਿੱਖਾਂਗੀ, ਹਰਮੀਤ ਚਾਅ ਨਾਲ ਬੋਲੀ। ਤੇ ਫਿਰ ਮਾਂ ਜੀ ਫੁਲਕਾਰੀਆਂ ਦੀਆਂ ਤਹਿਆਂ ਮਾਰਨ ਲੱਗ ਪਏ। ਇੱਕ ਟੂਲ ਦੀ ਫੁਲਕਾਰੀ ਉਹਨਾਂ ਇੱਕ ਪਾਸੇ ਕੱਢ ਕੇ ਰੱਖ ਦਿੱਤੀ। ਲੈ, ਇਹ ਲੈ ਜਾਈਂ ਤੂੰ ਆਪਣੀ ਕਮੀਜ਼ ਬਣਾਉਣ ਵਾਸਤੇ, ਕਹਿੰਦੇ ਹੋਏ ਉਹ ਫੁਲਕਾਰੀਆਂ ਅੰਦਰ ਸੰਦੂਕ ਵਿੱਚ ਰੱਖਣ ਚਲੇ ਗਏ। ਔਖੇ ਸ਼ਬਦਾਂ ਦੇ ਅਰਥ। ਵਿਸਾਰ, ਭੁੱਲ, ਅਚੰਭਾ, ਹੈਰਾਨ ਕਰਨ ਵਾਲਾ। ਸਬਾਤ, ਛੱਤਦਾਰ ਕਮਰਾ ਜੋ ਦੋ ਕਮਰਿਆਂ ਨੂੰ ਮਿਲਾਏ। ਬੈਠਕ, ਉਹ ਕਮਰਾ ਜਿੱਥੇ ਮਹਿਮਾਨਾਂ ਨੂੰ ਬਿਠਾਇਆ ਜਾਵੇ। ਗੁੰਝਲਦਾਰ, ਔਖਾ। ਤੋਪਾ, ਟਾਂਕਾ। ਕਸੀਦਾ, ਕੱਪੜੇ ਤੇ ਸੂਈ ਨਾਲ ਕੱਢੇ ਬਿੱਲ ਬੂਟੇ। ਪੱਟ, ਰੇਸ਼ਮ, ਖੱਦਰ, ਮੋਟਾ ਸੂਤੀ ਕੱਪੜਾ। ਤੜਕੇ, ਸਵੇਰੇ ਜਲਦੀ। ਸੂਹਾ, ਲਾਲ। ਨਮੂਨੇ, ਕਿਸੇ ਬਣੀ ਹੋਈ ਚੀਜ਼ ਵਰਗੀ ਨਵੀਂ ਚੀਜ਼ ਬਣਾਉਣਾ। ਦਸੂਤੀ, ਉਹ ਕੱਪੜਾ ਜਿਸ ਵਿੱਚ ਦੋ ਧਾਗੇ ਇਕੱਠੇ ਪਾ ਕੇ ਕਢਾਈ ਕੀਤੀ ਜਾਵੇ। ਸੰਦੂਕ, ਲੱਕੜ ਦੀ ਬਣੀ ਹੋਈ ਪੇਟੀ। ਕੁਝ ਹੋਰ ਯਾਦ ਰੱਖਣ ਯੋਗ ਗੱਲਾਂ। ਹਰ ਖੇਤਰ ਦੇ ਪਹਿਰਾਵੇ ਵੱਖ ਵੱਖ ਹੁੰਦੇ ਹਨ। ਫੁਲਕਾਰੀ ਪੰਜਾਬੀ ਸੱਭਿਆਚਾਰ ਵਿੱਚ ਸ਼ਗਨਾਂ ਦੀ ਚੀਜ਼ ਹੁੰਦੀ ਹੈ। ਮੁੰਡੇ ਦੇ ਵਿਆਹ ਸਮੇਂ ਘੋੜੀਆਂ ਗਾਈਆਂ ਜਾਂਦੀਆਂ ਹਨ ਅਤੇ ਕੁੜੀ ਦੇ ਵਿਆਹ ਸਮੇਂ ਸੁਹਾਗ। ਭੰਗੜਾ ਅਤੇ ਗਿੱਧਾ ਪੰਜਾਬੀਆਂ ਦੇ ਲੋਕ ਨਾਚ ਹਨ। ਹੁਣ ਆਪਾਂ ਇਸ ਦਾ ਪਾਠ ਅਭਿਆਸ ਕਰਾਂਗੇ। ਜ਼ੁਬਾਨੀ ਅਭਿਆਸ। ਨੰਬਰ 1 ਪ੍ਰਸ਼ਨ ਹੈਗਾ, ਪੁਰਾਣੇ ਸਮਿਆਂ ਵਿੱਚ ਫੁਲਕਾਰੀ ਕਿਉਂ ਨਹੀਂ ਵੇਚੀ ਜਾਂਦੀ ਸੀ? ਉੱਤਰ, ਪੁਰਾਣੇ ਸਮਿਆਂ ਵਿੱਚ ਫੁਲਕਾਰੀ ਨੂੰ ਸ਼ਗਨਾਂ ਦੀ ਚੀਜ਼ ਸਮਝਿਆ ਜਾਂਦਾ ਸੀ, ਇਸ ਕਰਕੇ ਫੁਲਕਾਰੀ ਨੂੰ ਵੇਚਿਆ ਨਹੀਂ ਜਾਂਦਾ ਸੀ। ਨੰਬਰ 2, ਜਿਸ ਫੁਲਕਾਰੀ ਉੱਤੇ ਕੱਪੜਾ ਨਾ ਦਿਸਦਾ ਹੋਵੇ ਉਸ ਨੂੰ ਕੀ ਕਹਿੰਦੇ ਹਨ? ਉਸ ਨੂੰ ਕੀ ਕਹਿੰਦੇ ਨੇ ਬੱਚਿਓ? ਉਸ ਫੁਲਕਾਰੀ ਨੂੰ ਬਾਗ ਕਹਿੰਦੇ ਹਨ। ਨੰਬਰ 3, ਸਮਾਸ ਵਿੱਚ ਕੀ ਲੱਗਾ ਹੁੰਦਾ ਹੈ? ਸਮਾਸ ਉੱਪਰ ਛੋਟੇ ਛੋਟੇ ਸੀਸਿਆਂ ਦੇ ਟੁਕੜੇ ਜੜੇ ਹੁੰਦੇ ਹਨ। ਨੰਬਰ 4, ਇਸ ਲੇਖ ਵਿੱਚ ਕਿੰਨੇ ਕਿਸਮਾਂ ਦੀਆਂ ਫੁਲਕਾਰੀਆਂ ਆਈਆਂ ਹਨ? ਇਸ ਲੇਖ ਵਿੱਚ ਘੁੰਗਟ, ਬਾਗ, ਚੋਪ, ਸੁੱਬਰ, ਤਿਲਪੱਤਰਾ, ਨੀਲਕ ਅਤੇ ਸ਼ਮਾਸ ਕਿਸਮ ਦੀਆਂ ਫੁਲਕਾਰੀਆਂ ਆਈਆਂ ਹਨ। ਇਹ ਉੱਤਰ ਲਿਖਣਾ ਸੀ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਘੁੰਗਟ ਬਾਗ ਵਿੱਚ ਕਿਹੋ ਜਿਹੀ ਕਢਾਈ ਕੀਤੀ ਹੁੰਦੀ ਹੈ? ਘੁੰਗਟ ਬਾਗ ਵਿੱਚ ਸਿਰ ਅਤੇ ਮੋਢਿਆਂ ਉੱਤੇ ਆਉਣ ਵਾਲੇ ਹਿੱਸੇ ਵਿੱਚ ਹੀ ਕਢਾਈ ਕੀਤੀ ਹੁੰਦੀ ਹੈ। ਤਿਲਪੱਤਰਾ ਵਿੱਚ ਕੀਤੀ ਜਾਂਦੀ ਕਢਾਈ ਬਾਰੇ ਲਿਖੋ। ਤਿਲਪੱਤਰਾ ਵਿੱਚ ਸਿਰਫ ਕੰਨੀਆਂ 'ਤੇ ਹੀ ਸਿੱਧੀ ਜਿਹੀ ਕਢਾਈ ਕੀਤੀ ਹੁੰਦੀ ਹੈ ਅਤੇ ਇਸ ਵਿੱਚ ਵਿਚਾਲੇ ਤਾਂ ਬਿਰਲੀ ਬਿਰਲੀ ਕਢਾਈ ਹੀ ਕੀਤੀ ਹੁੰਦੀ ਹੈ। ਕੁੜੀਆਂ ਫੁਲਕਾਰੀ ਦੀ ਕਢਾਈ ਕਿਵੇਂ ਕਰਦੀਆਂ ਹਨ? ਕੁੜੀਆਂ ਖੱਦਰ ਦੇ ਰੰਗੇ ਕੱਪੜੇ ਉੱਤੇ ਰੇਸ਼ਮ ਦੇ ਰੰਗ ਬਿਰੰਗੇ ਧਾਗਿਆਂ ਨਾਲ ਪੁੱਠੇ ਪਾਸਿਓਂ ਕਢਾਈ ਕਰਦੀਆਂ ਹਨ। ਹੇਠ ਦਿੱਤੇ ਸ਼ਬਦਾਂ ਵਿੱਚੋਂ ਸ਼ੁੱਧ ਸ਼ਬਦਾਂ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ। ਸਾਨੂੰ 3 ਸ਼ਬਦ ਦਿੱਤੇ ਗਏ ਨੇ, ਕਢਾਈ, 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 ਇਹ ਵਾਲਾ ਸਹੀ ਹੈ, ਠੀਕ ਹੈ। ਇਸ ਤੋਂ ਬਾਅਦ ਗੁੰਝਲਦਾਰ, ਇਹ ਵਾਲਾ ਸਹੀ ਹੈ। ਸਧਾਰਨ, ਸੀਸਿਆਂ, ਫੁਲਕਾਰੀ, ਇਹ ਸਹੀ ਦੇ ਨਿਸ਼ਾਨ ਅਸੀਂ ਲਾ ਦਿੱਤੇ ਗਏ ਨੇ, ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ। ਸ਼ਗਨ, ਫੁਲਕਾਰੀ ਸ਼ਗਨ ਦੀ ਚੀਜ਼ ਸਮਝੀ ਜਾਂਦੀ ਹੈ। ਸੁੱਬਰ, ਸੁੱਬਰ ਸ਼ਗਨਾਂ ਦਾ ਕੱਪੜਾ ਹੁੰਦਾ ਹੈ। ਰਿਵਾਜ, ਅੱਜ ਕੱਲ੍ਹ ਫੁਲਕਾਰੀ ਦਾ ਰਿਵਾਜ ਬਹੁਤ ਘੱਟ ਗਿਆ ਹੈ। ਨਮੂਨੇ, ਦੁਕਾਨਦਾਰ ਕੋਲ ਫੁਲਕਾਰੀ ਦੇ ਕਈ ਨਮੂਨੇ ਸਨ। ਸਫਾਈ, ਸਾਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣੀ ਚਾਹੀਦੀ ਹੈ। ਹੇਠ ਲਿਖੇ ਚਿੱਤਰ ਨੂੰ ਦੇਖ ਕੇ ਘੱਟੋ ਘੱਟ 5 ਸਤਰਾਂ ਲਿਖੋ।
ਇਹ ਕੰਮ ਬੱਚੇ ਨਾ ਆਪਣੀ ਸਮਝ ਅਨੁਸਾਰ ਕਰਨਗੇ। ਤੁਸੀਂ ਇਹਨਾਂ ਨੂੰ ਦੇਖ ਕੇ ਕਰ ਸਕਦੇ ਹੋ ਕਿ ਕੁੜੀਆਂ ਚਰਖਾ ਕੱਤ ਰਹੀਆਂ ਨੇ, ਕੁੜੀਆਂ ਫੁਲਕਾਰੀ ਕੱਢ ਰਹੀਆਂ ਨੇ, ਠੀਕ ਹੈ। ਇਸ ਤਰ੍ਹਾਂ ਦੀਆਂ ਸਤਰਾਂ ਲਿਖ ਸਕਦੇ ਹੋ। ਸਮਝਦਾਰਤ ਸਿਰਜਣਾਤਮਕ ਪੱਖ, ਫੁਲਕਾਰੀਆਂ ਦੀਆਂ ਕਿਸਮਾਂ, ਠੀਕ ਹੈ। ਚੋਪ, ਘੁੰਗਟ ਬਾਗ, ਨੀਲਕ, ਤਿਲਪੱਤਰਾ, ਸੁੱਬਰ, ਸ਼ਮਾਸ਼। ਹੇਠ ਦਿੱਤੇ ਵੇਰਵੇ ਦੀ ਮਦਦ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੇਖ ਲਿਖੋ। ਸਿੱਖ ਧਰਮ ਦੇ ਮੋਢੀ, ਜਨਮ 1469 ਈਸਵੀ, ਰਾਏ ਭੋਏ ਦੀ ਤਲਵੰਡੀ, ਪਿਤਾ ਸ਼੍ਰੀ ਮਹਿਤਾ ਕਾਲੂ, ਮਾਤਾ ਸ਼੍ਰੀਮਤੀ ਤ੍ਰਿਪਤਾ ਦੇਵੀ, ਭੈਣ ਬੇਬੇ ਨਾਨਕੀ। ਇਹ ਸਾਨੂੰ ਜੋ ਵੀ ਦਿੱਤਾ ਹੋਇਆ, ਠੀਕ ਹੈ, ਇਸ ਦੇ ਆਪਾਂ ਵੇਰਵੇ ਦੀ ਮਦਦ ਦੇ ਨਾਲ ਆਪਾਂ ਲੇਖ ਲਿਖਦੇ ਹਾਂ ਅੱਗੇ, ਠੀਕ ਹੈ। ਤੁਸੀਂ ਅੱਗੇ ਲਿਖਣਾ ਹੈ, ਠੀਕ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਗੱਲ ਲਿਖਣੀ ਹੈ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਠੀਕ ਹੈ। ਇਹਨਾਂ ਤੋਂ ਵਾਕ ਬਣਾਉਣੇ ਨੇ। ਉਹਨਾਂ ਦਾ ਜਨਮ 1469 ਈਸਵੀ ਵਿੱਚ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ। ਉਹਨਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਮਹਿਤਾ ਕਾਲੂ ਸੀ, ਮਾਤਾ ਜੀ ਦਾ ਨਾਂ ਸ਼੍ਰੀਮਤੀ ਤ੍ਰਿਪਤਾ ਦੇਵੀ ਸੀ, ਉਹਨਾਂ ਦੀ ਭੈਣ ਦਾ ਨਾਂ ਬੇਬੇ ਨਾਨਕੀ ਸੀ, ਠੀਕ ਹੈ। ਇਸ ਤਰ੍ਹਾਂ ਇਹ ਲੇਖ ਪੂਰਾ ਕਰਨਾ ਹੈ ਤੁਸੀਂ। ਤੇ ਪਾਠ ਹੈ ਜਿਹੜਾ ਪੂਰਾ ਹੋ ਚੁੱਕਿਆ ਹੈ। ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।